21 चैप्टर +1 आर्ट्स। ठीक है, चैप्टर नंबर 21 पॉलिटिकल कॉन्शनेंस एंड द स्ट्रगल एंड द रिप्रेजेंटेशन गवर्नमेंट इन इंडिया। ठीक है, कि ਭਾਰਤ ਰਾਜਨੀਤਿਕ ਚੇਤਨਾ ਵਿੱਚ ਭਾਰਤੀ ਪ੍ਰਤੀਨਿਧ ਸਰਕਾਰ ਲਈ ਸੰਘਰਸ਼। ਕਲੀਅਰ, ਚਲੋ ਕੰਟੀਨਿਊ ਕਰਦੇ ਹਾਂ ਇਸ ਚੀਜ਼ ਨੂੰ। ਕਹਿੰਦੇ ਕਿ ਫਸਟ ਤੁਹਾਨੂੰ ਜਿਹੜਾ ਇਹਦੇ ਵਿੱਚੋਂ ਕੁਐਸਚਨ ਆਣਾ ਹੈ, ਫਸਟ ਕੁਐਸਚਨ ਆਣਾ ਤੁਹਾਨੂੰ 1857 ਦਾ ਵਿਦਰੋਹ ਯਾਨੀ ਕਿ ਦੀ ਰਿਵੋਲਟ ਆਫ 1857 AD। ਠੀਕ ਹੈ, ਅੱਛਾ 1857 ਦਾ ਜਿਹੜਾ ਵਿਦਰੋਹ ਹੈ ਨਾ, ਇਹਨੂੰ ਇਸ ਤਰੀਕੇ ਦੇ ਨਾਲ ਯਾਦ ਰੱਖੀਦਾ ਹੁੰਦਾ ਵਾ। ਤੁਹਾਨੂੰ ਯਾਦ ਮੰਗਲ ਪਾਂਡੇ ਦਾ ਕੋਈ ਸੀਨ? ਮੰਗਲ ਪਾਂਡੇ ਨੂੰ ਲਾਸਟ ਟਾਈਮ ਚਰਬੀ ਵਾਲੇ ਕਾਰਤੂਸ ਵਰਤਨ ਨੂੰ ਦੇ ਦਿੱਤੇ ਸੀ, ਜਿਨ੍ਹਾਂ ਨੂੰ ਨਾ ਮੂੰਹ ਦੇ ਨਾਲ ਛਿੱਲ ਕੇ ਉਸ ਤੋਂ ਬਾਅਦ ਫੇਂਕਿਆ ਜਾਂਦਾ ਵਾ। ਸਮਝਦੇ ਹੋ ਨਾ, ਕਿਸੇ ਚੀਜ਼ ਨੂੰ ਬਲਾਸਟ ਕਰਨ ਦੇ ਲਈ ਪਹਿਲਾਂ ਮੂੰਹ ਦੇ ਨਾਲ ਖੋਲਿਆ ਜਾਂਦਾ, ਫਿਰ ਉਸਨੂੰ ਫੇਂਕਿਆ ਜਾਂਦਾ, ਫਿਰ ਉਹਦੇ ਚੋਂ ਅੱਗ ਨਿਕਲਦੀ ਹੈ। ਸੋ ਬਲਾਸਟ ਕਰਨ ਵਾਲਾ ਜਿਹੜਾ ਮਟੀਰੀਅਲ ਸੀ ਮੰਗਲ ਪਾਂਡੇ ਨੇ ਯਾਨੀ ਕਿ ਵਿਦਰੋਹ ਸ਼ੁਰੂ ਕੀਤਾ ਸੀ। ਜਿਹੜੇ ਭਾਰਤ ਦੇ ਲੋਕ ਸੀ ਨਾ, ਇਹ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ, ਜਿੱਦਾਂ ਬ੍ਰਾਹਮਣ ਵਗੈਰਾ ਲੋਕ ਹੁੰਦੇ ਸੀ, ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਖਾਣਾ ਵਗੈਰਾ ਪਸੰਦ ਨਹੀਂ ਸੀ ਕਰਦੇ, ਜਿੱਦਾਂ ਮਾਸ, ਚਰਬੀ, ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ। ਸੋ ਜਦੋਂ ਇਹਨਾਂ ਨੂੰ ਪਤਾ ਲੱਗਿਆ ਸੀ ਨਾ ਕਿ ਸਾਨੂੰ ਅੰਗਰੇਜ਼ ਪਰਸਨਾਂ ਨੇ ਚਰਬੀ ਵਾਲੇ ਕਾਰਤੂਸ ਜਿਹੜੇ ਹੈਗੇ ਆ ਉਹ ਵਰਤਨ ਨੂੰ ਦਿੱਤੇ ਆ, ਤੇ ਇਹਨੇ ਅਗਰੈਸ਼ਨ ਚ ਆ ਗਏ, ਗੁੱਸੇ ਦੇ ਵਿੱਚ ਆ ਗਏ। ਕਹਿੰਦੇ ਕਿ ਇਹਨਾਂ ਨੂੰ ਪਤਾ ਅੰਗਰੇਜ਼ਾਂ ਨੂੰ, ਜਦ ਇਸ ਚੀਜ਼ ਦੇ ਨਾਲ ਸਾਨੂੰ ਹਾਰਮ ਹੁੰਦਾ ਵਾ, ਜਦ ਇਸ ਚੀਜ਼ ਦੇ ਨਾਲ ਸਾਨੂੰ ਨੁਕਸਾਨ ਹੋਏਗਾ, ਸਾਡਾ ਧਰਮ ਭ੍ਰਿਸ਼ਟ ਹੋ ਜਾਏਗਾ। ਅੰਗਰੇਜ਼ਾਂ ਨੂੰ ਚਾਹੀਦਾ ਏਦਾਂ ਦੀਆਂ ਚੀਜ਼ਾਂ ਸਾਨੂੰ ਨਾ ਦੇਣ, ਲੇਕਿਨ ਅੰਗਰੇਜ਼ਾਂ ਨੇ ਜਾਣ ਬੁੱਝ ਕੇ ਸਾਨੂੰ ਇਹ ਚੀਜ਼ਾਂ ਦਿੱਤੀਆਂ ਨੇ, ਜਿਹਦੇ ਕਰਕੇ ਮਤਲਬ ਉਹਨਾਂ ਨੇ ਸੋਚਿਆ ਕਿ ਅੰਗਰੇਜ਼ ਤਾਂ ਸਾਡੇ ਨਾਲ ਇਸ ਤਰ੍ਹਾਂ ਮਤਲਬ ਲੋਇਲਟੀ ਨਹੀਂ ਵਰਤ ਰਹੇ, ਇਹਨਾਂ ਨੂੰ ਚਾਹੀਦਾ ਸੀ ਲੋਇਲ ਤਰੀਕੇ ਨਾਲ ਸਾਨੂੰ ਦੱਸਣ ਕਿ ਅਸੀਂ ਗਾਂ ਦੀ ਚਰਬੀ ਲਗਾਈ ਹੋਈ ਹੈ, ਮਤਲਬ ਕਾਓ ਦੀ ਜੋ ਹੈਗੀ ਆ ਚਰਬੀ ਲਗਾਈ ਹੋਈ ਆ ਉਹਨਾਂ ਬਲਾਸਟ ਦੇ ਉੱਤੇ, ਸਾਨੂੰ ਮੂੰਹ ਦੇ ਨਾਲ ਛਿੱਲਣਾ ਪੈਣਾ ਹੈ, ਸਾਡਾ ਤਾਂ ਧਰਮ ਭ੍ਰਿਸ਼ਟ ਹੋ ਜਾਣਾ ਹੈ ਨਾ। ਲੇਕਿਨ ਅੰਗਰੇਜ਼ਾਂ ਨੇ ਕੀ ਕੀਤਾ, ਦੱਸਿਆ ਨਹੀਂ, ਜਿਹਦੇ ਕਰਕੇ 1857 ਦਾ ਰਿਵੋਲਟ ਹੋਇਆ ਸੀ। ਅੱਛਾ, ਕੋਈ ਇੱਕ ਰੀਜ਼ਨ ਨਹੀਂ ਹੁੰਦਾ ਕਿਸੇ ਰਿਵੋਲਟ ਦਾ, ਬਹੁਤ ਸਾਰੇ ਰੀਜ਼ਨਸ ਹੁੰਦੇ ਆ। ਚਲੋ 1 by 1 ਅਸੀਂ ਉਹ ਰੀਜ਼ਨ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਕਵਾਂਗੇ 29 ਮਾਰਚ, ਡੇਟ ਯਾਦ ਰੱਖਣੀ ਹੈ, ਤੁਹਾਡੇ ਕੋਲ ਪੁੱਛੀ ਜਾਏਗੀ। 29 ਮਾਰਚ 1857 ਦੇ ਵਿੱਚ ਜਿਹੜਾ ਵਿਦਰੋਹ ਸੀ ਸਟਾਰਟ ਹੋਇਆ। ਮੇਨ ਕਾਰਨ ਇਹ ਸੀ ਕਿ ਚਰਬੀ ਵਾਲੇ ਕਾਰਤੂਸ ਜਿਹੜੇ ਸੀਗੇ ਉਹਨਾਂ ਨੂੰ ਯੂਜ਼ ਕੀਤਾ ਗਿਆ ਸੀ, ਜਿਹੜੇ ਨਹੀਂ ਸੀ ਕਰਨ ਦੇਣੇ ਚਾਹੀਦੇ। ਲੇਕਿਨ ਕਹਿੰਦੇ ਜਸਟ ਇੱਕ ਰੀਜ਼ਨ ਨਹੀਂ ਹੈ 1857 ਦੇ ਰਿਵੋਲਟ ਦਾ, ਹੋਰ ਵੀ ਬਹੁਤ ਸਾਰੇ ਕੇਸਿਸ ਨੇ ਜਿਨ੍ਹਾਂ ਦੇ ਕਰਕੇ 1857 ਦਾ ਰਿਵੋਲਟ ਹੋਇਆ ਸੀ। ਦ ਫਰਸਟ ਰੀਜ਼ਨ ਇਜ਼ ਪੋਲੀਟੀਕਲ ਕਾਜ਼ਸ, ਮਤਲਬ ਰਾਜਨੀਤਿਕ ਕਾਰਨ। ਇੰਪੀਰੀਅਲਿਸਟਿਕ ਪਾਲਿਸੀ ਆਫ ਦਾ ਬ੍ਰਿਟਿਸ਼, ਕਹਿੰਦੇ ਅੰਗਰੇਜ਼ਾਂ ਦੀ ਸਾਮਰਾਜਵਾਦੀ ਨੀਤੀ। ਦੇਖੋ ਜਿੱਥੇ ਵਰਡ ਆ ਜਾਂਦਾ ਹੈ ਨਾ ਇੰਪੀਰੀਅਲਿਸਟਿਕ, ਯਾਦ ਰੱਖਣਾ ਇਸ ਚੀਜ਼ ਨੂੰ, ਵਰਡ ਕਿਹੜਾ ਆਂਦਾ ਹੈਗਾ, ਇੰਪੀਰੀਅਲਿਸਟਿਕ। ਠੀਕ ਹੈ, ਮਤਲਬ ਕਿ ਸਮਾਜਵਾਦ ਦੀ ਨੀਤੀ। ਦਰਅਸਲ ਜਿਹੜੀ ਸਮਾਜਵਾਦ ਦੀ ਨੀਤੀ ਸੀ, ਇੰਪੀਰੀਅਲਿਸਟਿਕ ਸੀਗਾ, ਉਹਦੇ ਵਿੱਚ ਕੀ ਕੀਤਾ ਸੀਗਾ, ਅੰਗਰੇਜ਼ ਜ਼ਿਆਦਾ ਤੋਂ ਜ਼ਿਆਦਾ ਆਪਣੇ ਆਪ ਦਾ ਵਿਸਥਾਰ ਕਰਨਾ ਚਾਹੁੰਦੇ ਸੀ ਕਿ ਅਸੀਂ ਹਰ ਏਰੀਆ ਦੇ ਉੱਤੇ ਕੰਟਰੋਲ ਕਰ ਲਈਏ, ਹਰ ਜਗ੍ਹਾ ਦੇ ਉੱਤੇ ਕੰਟਰੋਲ ਕਰ ਲਈਏ। ਕਹਿੰਦੇ ਕਿ ਜਦੋਂ ਪਲਾਸੀ ਦੀ ਲੜਾਈ ਹੋਈ, ਬਕਸਰ ਦੀ ਲੜਾਈ ਹੋਈ, ਅੰਗਰੇਜ਼ਾਂ ਨੇ ਬਹੁਤ ਏਰੀਆ ਜਿੱਤ ਲਏ, ਜਿਹਦੇ ਕਰਕੇ ਹੁਣ ਉਹ ਚਾਹੁੰਦੇ ਸੀਗੇ ਕਿ ਉਹ ਹਰ ਤਰ੍ਹਾਂ ਦਾ ਜਿਹੜਾ ਏਰੀਆ ਹੈਗਾ, ਹਰ ਤਰ੍ਹਾਂ ਦਾ ਜਿਹੜਾ ਸਟੇਟ ਹੈਗਾ ਵਾ, ਉਹਨੂੰ ਵੀ ਆਪਣੇ ਕੰਟਰੋਲ ਦੇ ਵਿੱਚ ਕਰ ਲਵੇ। ਠੀਕ ਹੈ, 21 ਚੈਪਟਰ ਕਰਵਾ ਰਹੇ ਹਾਂ ਆਪਾਂ। ਸੋ ਉਹਨਾਂ ਨੇ ਕੀ ਕੀਤਾ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਣੇ ਅੰਡਰ ਕਰਨ ਦੇ ਲਈ ਲੈਫਟ ਦੀ ਪਾਲਿਸੀ ਚਲਾਈ। ਜਿੱਤੇ ਹੋਏ ਦੇਸ਼ ਜਿਹੜੇ ਸੀਗੇ ਉਹਨਾਂ ਨੂੰ ਆਪਣੇ ਕੰਟਰੋਲ 'ਚ ਕੀਤਾ, ਪੈਨਸ਼ਨ ਬੰਦ ਕਰ ਦਿੱਤੀ, ਤੇ ਬੜੇ ਹੀ ਬੁਰੇ ਤਰੀਕੇ ਦਾ ਐਡਮਿਨਿਸਟ੍ਰੇਸ਼ਨ ਸ਼ੁਰੂ ਕੀਤਾ ਤਾਂ ਜੋ ਸਾਰਾ ਕੁਝ ਅੰਗਰੇਜ਼ਾਂ ਦੇ ਕੰਟਰੋਲ 'ਚ ਆ ਜਾਏ। ਜਦੋਂ ਮੈਂ ਤੁਹਾਨੂੰ ਬੋਲਿਆ ਕਿ ਆਪਾਂ 1857 ਦਾ ਵਿਦਰੋਹ ਕਰਨਾ ਵਾ, ਮਤਲਬ 1857 ਦਾ ਰਿਵੋਲਟ ਕਰਨਾ ਵਾ, ਮੈਂ ਕਿਹਾ ਰੀਜ਼ਨ ਕੀ ਸੀ? ਪਹਿਲਾ ਤਾਂ ਰੀਜ਼ਨ ਇਹ ਸੀ ਕਿ ਅੰਗਰੇਜ਼ਾਂ ਨੇ ਆਪਣੇ ਆਪ ਨੂੰ ਨਾ ਬਹੁਤ ਵੱਡੇ ਤਰੀਕੇ ਦੇ ਨਾਲ, ਬਹੁਤ ਵੱਡੇ ਏਰੀਏ ਦੇ ਉੱਤੇ ਕੰਟਰੋਲ ਕਰ ਲਿਆ ਸੀ, ਜਿਹੜਾ ਭਾਰਤੀ ਨਹੀਂ ਸੀ ਚਾਹੁੰਦੇ, ਇਸ ਲਈ ਭਾਰਤੀਆਂ ਨੇ ਰਿਵੋਲਟ ਕਰਤਾ, ਮਤਲਬ ਭਾਰਤੀਆਂ ਨੇ ਵਿਦਰੋਹ ਕਰ ਦਿੱਤਾ। ਡਿਸਰਿਸਪੈਕਟ ਆਫ ਮੁਗਲ ਐਮਪਾਇਰ ਬਹਾਦੁਰ ਸ਼ਾਹ ਜ਼ਫਰ,
ਦੇਖੋ ਬਹਾਦਰ ਸ਼ਾਹ ਜ਼ਫਰ ਆਪਣੀ ਪੋਜੀਸ਼ਨ ਦੇ ਉੱਤੇ ਹੁਣੀ ਬੈਠਾ ਸੀ। ਜਦੋਂ ਵੀ ਕੋਈ ਰਾਜਾ ਆਪਣੀ ਪੋਜੀਸ਼ਨ ਦੇ ਉੱਤੇ ਬੈਠਦਾ ਨਾ ਤੇ ਉਹਨੂੰ ਸਨਮਾਨਿਤ ਕਰਨ ਦੀ ਜ਼ਰੂਰਤ ਹੁੰਦੀ, ਅੰਗਰੇਜ਼ਾਂ ਨੇ ਕੀਤਾ ਨਹੀਂ। ਜਿਹਦੇ ਕਰਕੇ ਬਹਾਦਰ ਸ਼ਾਹ ਜ਼ਫਰ ਨੂੰ ਲੱਗਾ ਵੀ ਉਹਦੇ ਨਾਲ ਤਾਂ ਬਹੁਤ ਗਲਤ ਰਿਐਕਟ ਕੀਤਾ ਵੀ ਮੈਂ ਪੋਜੀਸ਼ਨ ਦੇ ਉੱਤੇ ਬੈਠਾ, ਮੈਨੂੰ ਕਿਸੇ ਨੇ ਕੋਈ ਗਿਫਟ ਨਹੀਂ ਦਿੱਤਾ, ਮੇਰੀ ਰਿਸਪੈਕਟ ਨਹੀਂ ਕੀਤੀ। ਸੋ ਜਿਹਦੇ ਕਰਕੇ ਉਹਨੇ ਸੋਚਿਆ ਕਿ ਮੈਂ ਹੁਣ ਅੰਗਰੇਜ਼ਾਂ ਨੂੰ ਬਾਹਰ ਕੱਢਣਾ। ਟੂ ਐਬਲਿਸ਼ ਦਾ ਪੈਨਸ਼ਨ ਆਫ ਨਾਨਾ ਸਾਹਿਬ, ਠੀਕ ਹੈ, ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਵਾ ਦਿੱਤੀ। ਕਹਿੰਦੇ ਅੰਗਰੇਜ਼ਾਂ ਨੇ ਮਰਾਠਿਆਂ ਦੇ ਪੇਸ਼ਵਾ ਬਾਜੀ ਰਾਓ ਦੂਜੇ ਨੂੰ ਇਹ ਵਚਨ ਦਿੱਤਾ ਸੀ ਕਿ ਪੇਸ਼ਵਾ ਬਾਜੀ ਰਾਓ ਨੂੰ ਇਹ ਵਚਨ ਦਿੱਤਾ ਸੀਗਾ ਕਿ ਉਹਦੇ ਜਿੰਨੇ ਵੀ ਵਾਰਿਸ ਨੈਕਸਟ ਹੋਣਗੇ ਨਾ, ਜਿੰਨੇ ਵੀ ਨੈਕਸਟ ਉਹਦੇ ਸਕਸੈਸਰਸ ਹੋਣਗੇ ਪਰਸਨ, ਉਹਨਾਂ ਸਭ ਨੂੰ ਪੈਨਸ਼ਨ ਦਿੱਤੀ ਜਾਊਗੀ। ਜਿੱਦਾਂ ਹੀ ਬਾਜੀ ਰਾਓ ਦੀ ਮੌਤ ਹੋ ਜਾਂਦੀ ਹੈ, ਨਾਨਾ ਸਾਹਿਬ ਪੋਸਟ ਤੇ ਬੈਠਦੇ ਨੇ, ਲਾਰਾ ਡਲਹੌਜੀ ਨੇ ਉਹਦੀ ਪੈਨਸ਼ਨ ਬੰਦ ਕਰਵਾ ਦਿੱਤੀ, ਜਿਹਦੇ ਕਰਕੇ ਨਾਨਾ ਸਾਹਿਬ ਅੰਗਰੇਜ਼ਾਂ ਦੇ ਅਗੇਂਸਟ ਹੋ ਗਏ। ਠੀਕ ਹੈ। ਐਨੈਕਸੀਏਸ਼ਨ ਆਫ ਝਾਂਸੀ, ਝਾਂਸੀ ਦੀ ਰਾਣੀ ਲక్ష్ਮੀ ਬਾਈ ਦਾ ਤਾਂ ਸਭ ਨੂੰ ਪਤਾ ਹੈ ਨਾ। ਝਾਂਸੀ ਦੀ ਰਾਣੀ ਲక్ష్ਮੀ ਬਾਈ ਨੇ ਆਪਣਾ ਇੱਕ ਪੁੱਤਰ ਗੋਦ ਲਿਆ ਸੀ, ਬਿਕੋਜ਼ ਝਾਂਸੀ ਦੀ ਰਾਣੀ ਦੇ ਖੁਦ ਦੇ ਕੋਈ ਬੱਚਾ ਨਹੀਂ ਸੀ ਹੋਇਆ, ਜਿਹਦੇ ਕਰਕੇ ਝਾਂਸੀ ਦੀ ਰਾਣੀ ਨੇ ਇੱਕ ਪੁੱਤਰ ਅਡਾਪਟ ਕੀਤਾ ਸੀ। ਅੰਗਰੇਜ਼ਾਂ ਨੇ ਸੋਚਿਆ ਕਿ ਕਿਉਂ ਨਾ ਏਦਾਂ ਦੀ ਪਾਲਿਸੀ ਅਪਣਾਈ ਜਾਵੇ, ਜਿਨ੍ਹਾਂ ਦੇ ਰਾਜਿਆਂ ਦੇ ਮਹਾਰਾਜਿਆਂ ਦੇ ਕੋਈ ਪੁੱਤਰ ਨਹੀਂ ਆ, ਉਹਨਾਂ ਨੂੰ ਅਸੀਂ ਆਪਣੀ ਕਿੰਗਡਮ ਦੇ ਵਿੱਚ ਐਡ ਕਰ ਲਈਏ। ਸੋ ਝਾਂਸੀ ਦੀ ਰਾਣੀ ਲక్ష్ਮੀ ਬਾਈ ਨੇ ਜਦੋਂ ਪੁੱਤਰ ਅਡਾਪਟ ਕੀਤਾ, ਠੀਕ ਹੈ, ਕਹਿੰਦੇ ਅੰਗਰੇਜ਼ਾਂ ਨੇ ਕਿਹਾ ਕਿ ਇਹ ਪੁੱਤਰ ਉਹਨਾਂ ਦਾ ਖੁਦ ਦਾ ਨਹੀਂ ਹੈਗਾ, ਜਿਹਦੇ ਕਰਕੇ ਅੰਗਰੇਜ਼ਾਂ ਨੇ ਝਾਂਸੀ ਨੂੰ ਆਪਣੇ ਰਾਜ ਦੇ ਵਿੱਚ ਮਿਲਾਣਾ ਚਾਹਿਆ। ਲੇਕਿਨ ਤੁਹਾਨੂੰ ਪਤਾ ਹੀ ਹੈ ਕਿ ਝਾਂਸੀ ਦੀ ਰਾਣੀ ਬਹੁਤ ਬਹਾਦਰ ਸੀ, ਲਾਸਟ ਟਾਈਮ ਤੱਕ ਅੰਗਰੇਜ਼ਾਂ ਦੇ ਨਾਲ ਲੜੀ, ਲੇਕਿਨ ਰਿਜ਼ਲਟ ਇਹੀ ਰਿਹਾ ਕਿ ਝਾਂਸੀ ਨੂੰ ਅੰਗਰੇਜ਼ਾਂ ਨੇ ਆਪਣੇ ਰਾਜ 'ਚ ਮਿਲਾ ਲਿਆ। ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈ ਸੋਸ਼ਲ ਐਂਡ ਰਿਲੀਜੀਅਸ ਕਾਜ਼ਸ, ਸਮਾਜਿਕ ਸੁਧਾਰ। ਦੇਖੋ ਹੁਣ ਸਮਾਜਿਕ ਤੇ ਧਾਰਮਿਕ ਸੁਧਾਰ ਕਿਹੜੇ ਸੀਗੇ? ਪਹਿਲਾਂ ਤਾਂ ਇਹ ਸੀਗਾ ਸੋਸ਼ਲ ਰਿਫਾਰਮ, ਸਮਾਜਿਕ ਸੁਧਾਰ। ਦਰਅਸਲ ਅੰਗਰੇਜ਼ਾਂ ਨੇ ਨਾ ਕਿਹਾ ਸੀਗਾ ਕਿਸੇ ਬੇਬੀ ਗਰਲ ਦਾ ਅਗਰ ਬਰਥ ਹੁੰਦਾ ਹੈ ਉਸਨੂੰ ਨਹੀਂ ਮਾਰਨਾ, ਸਤੀ ਸਿਸਟਮ ਨਹੀਂ ਕਰਨਾ, ਠੀਕ ਹੈ, ਅਨਟਚੇਬਿਲਿਟੀ ਨਹੀਂ ਕਰਨੀ, ਠੀਕ ਹੈ, ਅੱਪਰ ਔਰ ਲੋਅਰ ਕਾਸਟ ਦੇ ਵਿੱਚ ਬਿਲੀਵ ਨਹੀਂ ਕਰਨਾ। ਜਦੋਂ ਅੰਗਰੇਜ਼ਾਂ ਨੇ ਇਹ ਕੰਮ ਕੀਤੇ ਨਾ, ਭਾਰਤੀਆਂ ਨੂੰ ਲੱਗਾ ਵੀ ਨਹੀਂ, ਇਹ ਤਾਂ ਸਾਡੇ ਰਿਲੀਜੀਅਸ ਮਾਮਲੇ ਦੇ ਵਿੱਚ ਵੀ ਦਖਲ ਅੰਦਾਜ਼ੀ ਦੇ ਰਹੇ ਨੇ, ਤਾਂ ਕਰਕੇ ਉਹਨਾਂ ਨੇ ਸੋਚਿਆ ਵੀ ਨਹੀਂ, ਅੰਗਰੇਜ਼ਾਂ ਦੇ ਵਿਰੁੱਧ ਰਿਵੋਲਟ ਕਰਨਾ ਪੈਣਾ। ਉਸ ਤੋਂ ਬਾਅਦ ਪ੍ਰੋਪਾਗੈਂਡਾ ਆਫ ਦਾ ਕ੍ਰਿਸਚੀਅਨਿਟੀ। ਕ੍ਰਿਸਚੀਅਨਿਟੀ ਮਤਲਬ ਹੁੰਦਾ ਇਸਲਾਮ, ਈਸਾਈ, ਤੇ ਪ੍ਰੋਪਾਗੈਂਡਾ ਮਤਲਬ ਹੁੰਦਾ ਵਾ ਪ੍ਰਚਾਰ ਕਰਨਾ। ਠੀਕ ਹੈ। ਪ੍ਰੋਪਗੇਸ਼ਨਸ ਕਹਿ ਲਓ, ਪ੍ਰੋਪਾਗੈਂਡਾ ਕਹਿ ਲਓ, ਮਤਲਬ ਸਭ ਦਾ ਇੱਕੋ ਹੀ ਬਣ ਜਾਂਦਾ ਹੈ ਕਿ ਪ੍ਰਚਾਰ ਕਰਨਾ। ਈਸਾਈ ਲੋਕ ਆਪਣਾ ਪ੍ਰਚਾਰ ਕਰ ਰਹੇ ਸੀ, ਸਾਰਿਆਂ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਸਾਨੂੰ ਮੰਨਣਾ ਸਟਾਰਟ ਕਰੋ। ਠੀਕ ਹੈ। ਸੋ ਕਹਿੰਦੇ ਅੰਗਰੇਜ਼ ਜਿਹੜੇ ਸੀਗੇ, ਕਹਿੰਦੇ ਉਹ ਪਾਦਰੀ ਮਤਲਬ ਪ੍ਰੀਸਟ ਪਰਸਨ ਜਿਹੜੇ ਸੀਗੇ, ਭਾਰਤ ਦੇ ਵਿੱਚ ਜਾ ਕੇ ਜਿਹੜੇ ਈਸਾਈ ਦਾ ਪ੍ਰਚਾਰ ਕਰ ਰਹੇ ਸੀ ਜਗ੍ਹਾ ਜਗ੍ਹਾ ਦੇ ਉੱਤੇ, ਅੰਗਰੇਜ਼ ਉਹਨਾਂ ਦੇ ਵੀ ਅਗੇਂਸਟ ਸੀ। ਅੰਗਰੇਜ਼ ਕਹਿੰਦੇ ਸੀ ਕਿ ਜਸਟ ਸਾਡੇ ਮਤਲਬ ਸਾਡੀ ਚੀਜ਼ ਨੂੰ ਅਪਣਾਉਣਾ ਹੈ। ਕਹਿੰਦੇ ਕਿ ਜਿਹਦੇ ਕਰਕੇ ਜਿਹੜੇ ਪਾਦਰੀ ਸੀਗੇ ਉਹ ਤਾਂ ਕਿਸੇ ਤਰੀਕੇ ਦੇ ਨਾਲ ਅੰਗਰੇਜ਼ਾਂ ਦੇ ਨਾਲ ਹੀ ਰਲੇ ਹੋਏ ਸੀ, ਕਿਉਂਕਿ ਆਪਾਂ ਇੱਕ ਕਿਸਮ ਦੇ ਪਾਦਰੀਆਂ ਨੂੰ ਅੰਗਰੇਜ਼ਾਂ ਦੇ ਨਾਲ ਹੀ ਕਨਵਰਟ ਕਰ ਦਿੰਦੇ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ। ਸੋ ਕਹਿੰਦੇ ਪਾਦਰੀ ਜਿੱਥੇ ਧਰਮ ਦਾ ਪ੍ਰਚਾਰ ਕਰ ਰਹੇ ਸੀ, ਕਹਿੰਦੇ ਹਿੰਦੂ ਅਤੇ ਇਸਲਾਮ ਧਰਮ ਦਾ ਅਪਮਾਨ ਵੀ ਕਰਦੇ ਸੀਗੇ, ਕਿਉਂਕਿ ਪਾਦਰੀ ਕੌਣ ਸੀ ਫਿਰ? ਅੰਗਰੇਜ਼ਾਂ ਦੇ ਨਾਲ ਰਲੇ ਹੋਏ, ਹੈ ਨਾ। ਤੋ ਹਿੰਦੂ ਤੇ ਇਸਲਾਮ ਦੋਵਾਂ ਨੂੰ ਅਪਮਾਨ ਕਰਦੇ ਸੀ, ਜਿਹਦੇ ਕਰਕੇ ਦੋਹਾਂ ਨੇ ਸੋਚਿਆ ਕਿ ਨਹੀਂ, ਇਹਨਾਂ ਨੂੰ ਬਾਹਰ ਕੱਢਣਾ ਹੈ, ਰਿਵੋਲਟ ਹੋਣਾ ਚਾਹੀਦਾ ਹੈ। ਇਲ ਟ੍ਰੀਟਮੈਂਟ ਆਫ ਦਾ ਇੰਡੀਅਨਸ ਦੇ ਨਾਲ ਬਹੁਤ ਬੁਰਾ ਰਿਐਕਟ ਕੀਤਾ ਜਾਂਦਾ ਸੀ। ਕਿਸ ਤਰੀਕੇ ਦੇ ਨਾਲ? ਇੰਡੀਅਨਸ ਲੋਕਾਂ ਨੂੰ ਕਿਹਾ ਜਾਂਦਾ ਸੀ ਸੂਰ, ਕੁੱਤੇ, ਕਾਲੇ, ਇਸ ਤਰ੍ਹਾਂ ਦੇ ਵਰਡਸ ਯੂਜ਼ ਕੀਤੇ ਜਾਂਦੇ ਸੀ ਇੰਡੀਆ ਦੇ ਲੋਕਾਂ ਦੇ ਲਈ। ਠੀਕ। ਸੋ ਜਿਹਦੇ ਕਰਕੇ ਉਹਨਾਂ ਨੂੰ ਬਹੁਤ ਬੁਰਾ ਲੱਗਦਾ ਸੀ, ਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਇੰਸਟਰਕਸ਼ਨਸ ਲਗਾਈਆਂ ਹੋਈਆਂ ਸੀ ਇੰਡੀਆ ਦੇ ਲੋਕਾਂ ਤੇ, ਕਰਨਾ ਹੈ ਨਹੀਂ ਕਰਨਾ ਹੈ, ਸੋ ਇਸ ਤਰ੍ਹਾਂ ਦੀਆਂ, ਜਿਹਦੇ ਕਰਕੇ ਉਹਨਾਂ ਨੇ ਸੋਚਿਆ ਕਿ ਰਿਵੋਲਟ ਕਰਨਾ ਚਾਹੀਦਾ ਹੈ। ਇਕਨੋਮਿਕ ਕਾਜ਼ਸ, ਰੂਇਨ ਆਫ ਇੰਡੀਅਨ ਇੰਡਸਟਰੀ ਐਂਡ ਟ੍ਰੇਡ। ਰੂਇਨ ਸਮਝਦੇ ਹੋ? ਤਬਾਹੀ, ਤਬਾਹ ਕਰ ਦੇਣਾ ਕਿਸੇ ਚੀਜ਼ ਨੂੰ। ਕਹਿੰਦੇ ਅੰਗਰੇਜ਼ਾਂ ਨੇ ਭਾਰਤ ਦੇ ਉਦਯੋਗ ਜਿਹੜੇ ਸੀ, ਇੰਡਸਟਰੀਜ਼ ਜਿਹੜੀਆਂ ਸੀ, ਤਬਾਹ ਕਰਤੀਆਂ ਸੀ। ਠੀਕ ਹੈ। ਹੁਣ ਭਾਰਤ ਦੀਆਂ ਜਿਹੜੀਆਂ ਇੰਡਸਟਰੀਜ਼ ਸੀ ਨਾ, ਇਹ ਮੁਕਾਬਲਾ ਨਹੀਂ ਸੀ ਕਿਸੇ ਚੀਜ਼ ਦਾ ਕਰ ਸਕਦੀਆਂ,
ਕੱਚਾ ਮਾਲ ਜਿਹੜਾ ਰॉ ਮਟੀਰੀਅਲ ਸੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਭਾਰਤ ਤੋਂ ਲਿਆ ਜਾਂਦਾ ਸੀ, ਬਾਅਦ ਵਿੱਚ ਇੰਗਲੈਂਡ ਦੇ ਵਿੱਚ ਲਿਜਾਇਆ ਜਾਂਦਾ ਸੀ, ਇੰਗਲੈਂਡ ਦੇ ਵਿੱਚ ਮਟੀਰੀਅਲ ਰੈਡੀ ਕਰਕੇ ਦੁਬਾਰਾ ਫਿਰ ਭਾਰਤ ਦੇ ਵਿੱਚ ਸੇਲ ਕੀਤੀ ਜਾਂਦੀ ਸੀ। ਭਾਰਤ ਨੂੰ ਇੱਕ ਕਿਸਮ ਦੀ ਮਾਰਕੀਟ ਬਣਾ ਦਿੱਤਾ ਸੀ ਇਹਨਾਂ ਲੋਕਾਂ ਨੇ। ਭਾਰਤ ਦੀ ਕੰਡੀਸ਼ਨ ਖਰਾਬ ਹੋ ਗਈ ਇਸ ਤਰ੍ਹਾਂ। ਉਸ ਤੋਂ ਬਾਅਦ ਹੈਗਾ ਡਿਸਕ੍ਰਿਮੀਨੇਸ਼ਨ ਇਨ ਸਰਵਿਸਿਜ਼। ਹੁਣ ਸਰਵਿਸ ਦੇ ਵਿੱਚ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਸੀ। ਕਿਸ ਤਰੀਕੇ ਨਾਲ? ਦੇਖੋ ਸਰਵਿਸ ਕੀ ਹੁੰਦੀ ਹੈ? ਸਰਵਿਸ ਹੁੰਦੀ ਹੈ ਪੋਸਟਾਂ ਦੇ ਉੱਤੇ ਲਗਾਉਣਾ, ਜਦਕਿ ਇਹਨਾਂ ਨੇ ਤਾਂ ਕਿਸੇ ਇੰਡੀਅਨ ਨੂੰ ਪੋਸਟ ਦੇ ਉੱਤੇ ਕਦੇ ਅਪੁਆਇੰਟ ਹੀ ਨਹੀਂ ਕੀਤਾ। ਜਿੰਨੀਆਂ ਛੋਟੀਆਂ ਪੋਸਟਾਂ ਸੀ ਸਾਰੀਆਂ ਦਿੱਤੀਆਂ ਗਈਆਂ ਸੀ ਭਾਰਤੀਆਂ ਨੂੰ। ਉੱਚੀਆਂ ਪੋਸਟਾਂ ਦੇ ਉੱਤੇ ਕਦੇ ਭਾਰਤੀਆਂ ਨੂੰ ਬਿਠਾਇਆ ਨਹੀਂ ਸੀ ਗਿਆ, ਜਿਹਦੇ ਕਰਕੇ ਰਿਵੋਲਟ ਹੋਣਾ ਸੰਭਵ ਸੀ। ਵਰਸ ਕੰਡੀਸ਼ਨ ਆਫ ਜ਼ਮੀਂਦਾਰ, ਜ਼ਮੀਂਦਾਰਾਂ ਦੀ ਮਾੜੀ ਹਾਲਤ। ਅੰਗਰੇਜ਼ਾਂ ਨੇ ਹੁਣ ਕੀ ਕੀਤਾ, ਜਿੰਨੀਆਂ ਵੀ ਜ਼ਮੀਂਦਾਰਾਂ ਦੇ ਕੋਲ ਮਤਲਬ ਉਹਨਾਂ ਨੂੰ ਲੈਂਡ ਦਿੱਤੀਆਂ ਸੀਗੀਆਂ ਹੈ ਨਾ, ਜ਼ਮੀਨਾਂ ਦਿੱਤੀਆਂ ਸੀ, ਉਹ ਸਾਰੀਆਂ ਖੋਲੀਆਂ। ਜਿਹਦੇ ਕਰਕੇ ਕਹਿੰਦੇ ਜਦੋਂ ਉਹਨਾਂ ਨੇ ਜ਼ਮੀਨਾਂ ਖੋਲੀਆਂ ਤੇ ਹੁਣ ਜਿਹੜੇ ਜ਼ਮੀਂਦਾਰ ਸੀ ਉਹਨਾਂ ਦੀ ਕੰਡੀਸ਼ਨ ਬੁਰੀ ਹੋ ਗਈ, ਕਿਉਂਕਿ ਉਹਨਾਂ ਨੂੰ ਉੱਤੋਂ ਹੀ ਤਾਂ ਆਮਦਨੀ ਆਣੀ ਸੀ, ਉੱਤੋਂ ਹੀ ਤਾਂ ਪੈਸਾ ਆਣਾ ਸੀ, ਉਹੀ ਖੋਲਿਆ ਉਹਨਾਂ ਦੇ ਕੋਲੋਂ। ਉਸ ਤੋਂ ਬਾਅਦ ਬੇਟਾ ਹੈਗਾ ਮਿਲਟਰੀ ਕਾਜ਼ਿਸ। discontentment among the Indian soldiers, ਕਹਿੰਦੇ ਭਾਰਤੀ ਫੌਜੀਆਂ ਵਿੱਚ ਨਿਰਾਸ਼ਤਾ। ਦੇਖੋ ਉਹਨਾਂ ਨੂੰ ਕਦੇ ਪ੍ਰਮੋਸ਼ਨ ਨਹੀਂ ਸੀ ਦਿੱਤੀ ਜਾਂਦੀ ਭਾਰਤੀ ਲੋਕਾਂ ਨੂੰ, ਠੀਕ ਹੈ, ਤਨਖਾਹਾਂ ਉਹਨਾਂ ਨੂੰ ਘੱਟ ਦਿੱਤੀਆਂ ਜਾਂਦੀਆਂ ਸੀ, ਸੈਲਰੀ ਐਂਡ ਅਲਾਉਨੈਂਸ ਤਾਂ ਉਹਨਾਂ ਦੇ ਕੋਲ ਕੋਈ ਅਤਾ ਪਤਾ ਨਹੀਂ ਸੀ, ਜਿਹਦੇ ਕਰਕੇ ਅੰਗਰੇਜ਼ਾਂ ਦੇ ਨਾਲ ਖਾਰ ਖਾਂਦੇ ਸੀ। ਇੰਪੈਕਟ ਆਫ ਦ ਫਰਸਟ ਐਂਗਲੋ ਵਾਰ, ਕਹਿੰਦੇ ਪਹਿਲੇ ਅੰਗਰੇਜ਼ ਅਫਗਾਨ ਯੁੱਧ ਦਾ ਪ੍ਰਭਾਵ। ਕਹਿੰਦੇ ਜਿੰਨੇ ਵੀ ਹੁਣ ਤੱਕ ਯੁੱਧ ਹੋਏ ਨਾ ਸਾਰੇ ਦੇ ਸਾਰੇ ਵਿੱਚ ਨਾ ਅੰਗਰੇਜ਼ ਜੇਤੂ ਰਹੇ ਸੀਗੇ, ਹਮੇਸ਼ਾ ਅੰਗਰੇਜ਼ਾਂ ਨੇ ਜਿੱਤ ਜਾਣਾ। ਇੱਕ ਚੀਜ਼ ਯਾਦ ਰੱਖਣੀ ਹੁਣ ਇੱਥੇ, ਜਦੋਂ ਅੰਗਰੇਜ਼ਾਂ ਦੇ ਨਾਲ ਅਫਗਾਨਾਂ ਦੇ ਨਾਲ ਅੰਗਰੇਜ਼ਾਂ ਨੇ ਯੁੱਧ ਕੀਤਾ, ਅਫਗਾਨ ਜਿੱਤ ਗਏ, ਅੰਗਰੇਜ਼ ਹਾਰ ਗਏ। ਇੰਡੀਅਨ ਸੋਸਾਇਟੀ ਨੇ ਸੋਚਿਆ ਜੇ ਅਫਗਾਨ ਜਿੱਤ ਸਕਦੇ ਆ ਤੇ ਇਹਦਾ ਮਤਲਬ ਅਸੀਂ ਵੀ ਤਾਂ ਜਿੱਤ ਸਕਦੇ ਹਾਂ। ਤਾਂ ਉਹਨਾਂ ਨੇ ਸੋਚਿਆ ਕਿ ਨਹੀਂ, ਰਿਵੋਲਟ ਤਾਂ ਹੁਣ ਹੋ ਕੇ ਰਹੇਗਾ, ਕਿਉਂਕਿ ਜੇ ਅਫਗਾਨ ਯੁੱਧ ਦੇ ਵਿੱਚ ਜਿੱਤ ਸਕਦੇ ਆ, ਅਸੀਂ ਵੀ ਪਾਰਟਿਸਿਪੇਟ ਕਰਾਂਗੇ ਤੇ ਅਸੀਂ ਵੀ ਜਿੱਤਾਂਗੇ। ਡਿਫਰੈਂਸ ਇਨ ਦ ਨੰਬਰ ਆਫ ਦ ਇੰਡੀਅਨ ਐਂਡ ਬ੍ਰਿਟਿਸ਼, ਠੀਕ ਹੈ। ਸੋ ਕਹਿੰਦੇ ਕਿ ਜਿਹੜੇ ਬ੍ਰਿਟਿਸ਼ ਸੀਗੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਸੀਗੀ ਰੈਦਰ ਦੈਨ ਦਾ ਇੰਡੀਅਨਸ, ਠੀਕ ਹੈ। ਸੋ ਕਹਿੰਦੇ ਬ੍ਰਿਟਿਸ਼ ਤੇ ਭਾਰਤੀਆਂ ਵਿੱਚ ਜੇਕਰ ਕਹਿੰਦੇ ਦੇਖਿਆ ਜਾਵੇ ਤੇ 6% ਜਿਹੜੇ ਸੀਗੇ ਉਹ ਲੋਕ ਸੀਗੇ ਸਾਡੇ ਭਾਰਤੀ, 1% ਬ੍ਰਿਟਿਸ਼ ਸੀ, ਠੀਕ ਹੈ। ਇਹਨਾਂ ਨੇ ਵੀ ਵਿਦਰੋਹ ਨੂੰ ਉਤਸ਼ਾਹਿਤ ਕੀਤਾ। ਉਹਨਾਂ ਨੇ ਸੋਚਿਆ ਕਿ 1% ਇੰਗਲਿਸ਼ਮੈਨ ਕਰਕੇ ਰਹਿਣਗੇ, ਅਸੀਂ ਫਿਰ 6% ਹੈਗੇ। ਉਸ ਤੋਂ ਬਾਅਦ ਹੈਗਾ ਆਰਮੀ ਲਾ, ਕਹਿੰਦੇ ਸੈਨਿਕ ਕਾਨੂੰਨ ਇੱਕ ਐਕਟ ਪਾਸ ਕੀਤਾ ਗਿਆ। ਭਾਰਤੀਆਂ ਨੂੰ ਨਾ ਦੂਜੀ ਕੰਟਰੀ 'ਚ ਭੇਜਿਆ ਗਿਆ ਯੁੱਧ ਲੜਨ ਦੇ ਲਈ। ਤੁਹਾਨੂੰ ਪਤਾ ਪੁਰਾਣੇ ਟਾਈਮ ਦੇ ਭਾਰਤੀ ਨਾ ਸਤਲੁਜ ਦੇ ਪਾਰ ਜਾਣਾ ਪਸੰਦ ਨਹੀਂ ਸੀ ਕਰਦੇ। ਉਹਨਾਂ ਨੂੰ ਲੱਗਦਾ ਸੀ ਜੇ ਅਸੀਂ ਸਤਲੁਜ ਦੇ ਪਾਰ ਚਲੇ ਜਾਵਾਂਗੇ ਨਾ ਸਾਡਾ ਧਰਮ ਭ੍ਰਿਸ਼ਟ ਹੋ ਜਾਣਾ। ਧਰਮ ਭ੍ਰਿਸ਼ਟ ਸਮਝਦੇ ਹੋ, ਯਾਨੀ ਕਿ ਸਾਡੇ ਧਰਮ ਦੇ ਲਈ ਬਹੁਤ ਹਾਰਮਫੁਲ ਇਫੈਕਟ ਆ, ਵੀ ਅਸੀਂ ਨਹੀਂ ਜਾਣਾ ਕਿਸੇ ਦੂਸਰੀ ਕੰਟਰੀ 'ਚ ਲੜਨ ਦੇ ਲਈ। ਲੇਕਿਨ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਤੁਹਾਡਾ ਹੈਗਾ ਵਾ ਕਹਿੰਦੇ ਇਮੀਡੀਏਟ ਕਾਜ਼ਿਸ, ਫੌਰੀ ਕਾਰਨ। ਫੌਰੀ ਕਾਰਨ ਤਾਂ ਤੁਸੀਂ ਇਹੀ ਲਿਖਣਾ ਕਿ ਉਹਨਾਂ ਨੂੰ ਚਰਬੀ ਵਾਲੇ ਕਾਰਤੂਸ ਦਿੱਤੇ ਸੀ ਵਰਤਣ ਦੇ ਲਈ, ਦੰਦਾਂ ਦੇ ਨਾਲ ਛਿਲਣਾ ਪੈਂਦਾ ਸੀ, ਜਿਹਦੇ ਕਰਕੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਏਦਾਂ ਤਾਂ ਸਾਡਾ ਧਰਮ ਖਰਾਬ ਕਰ ਰਹੇ ਨੇ, ਸਾਡੇ ਧਰਮ ਨੂੰ ਹਾਰਮ ਕੀਤਾ ਜਾ ਰਿਹਾ ਵਾ, ਜਿਹਦੇ ਕਰਕੇ ਉਹਨਾਂ ਨੇ ਸੋਚਿਆ ਕਿ ਨਹੀਂ ਅਸੀਂ ਤਾਂ ਨਹੀਂ ਲੜਨਾ, ਜੇ ਇਹਨਾਂ ਨੇ ਇਸ ਤਰੀਕੇ ਦੇ ਨਾਲ ਹੀ ਸਾਡੇ ਕੋਲ ਲੜਾਣਾ ਹੈ ਤਾਂ ਅਸੀਂ ਨਹੀਂ ਲੜਨਾ। ਕਲੀਅਰ? ਉਸ ਤੋਂ ਬਾਅਦ ਜਿਹੜਾ ਤੁਸੀਂ ਕਰਨਾ ਹੈਗਾ ਵਾ, ਦੇਖੋ ਧਿਆਨ ਦੇ ਨਾਲ ਲਿਖਿਆ ਹੋਏਗਾ ਕਾਜ਼ਿਸ ਆਫ ਦਾ ਫੇਲੀਅਰ ਆਫ ਰਿਵੋਲਟ, ਵਿਦਰੋਹ ਦੀ ਅਸਫਲਤਾ ਦੇ ਕਾਰਨ। ਠੀਕ, ਕਹਿੰਦੇ ਵਿਦਰੋਹ ਦੀ ਅਸਫਲਤਾ ਦੇ ਕੀ ਕਾਰਨ ਸੀ? ਪਹਿਲਾਂ ਤਾਂ ਇਹ ਸੀਗਾ ਕਿ ਉਸ ਸਮੇਂ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਸੈਨਾ ਜਿਹੜੀ ਸੀ, ਕਹਿੰਦੇ 1857 ਦੇ ਵਿੱਚ, ਸਭ ਤੋਂ ਪਹਿਲਾਂ ਅਸੀਂ ਕਰਾਂਗੇ 1857 ਦੇ ਵਿੱਚ ਭਾਰਤੀਆਂ ਨੇ ਅਚਾਨਕ ਅੰਗਰੇਜ਼ਾਂ ਤੇ ਹਮਲਾ ਕੀਤਾ ਸੀ, ਠੀਕ ਹੈ। ਤੋ ਕਹਿੰਦੇ ਭਾਰਤੀਆਂ ਦੇ ਵਿੱਚ ਨਾ ਬੜਾ ਜੋਸ਼ ਸੀ, ਉਹਨਾਂ ਨੂੰ ਲੱਗਾ ਕਿ ਨਹੀਂ ਸਾਡੀ ਮਿਲਟਰੀ ਤਾਂ ਫਿਰ ਜ਼ਿਆਦਾ ਹੈਗੀ ਆ, ਭਾਰਤੀਆਂ ਉਹਨਾਂ ਦੀ ਤਾਂ ਫਿਰ ਘੱਟ ਹੈਗੀ ਆ, ਵੀ ਅਸੀਂ ਰਿਵੋਲਟ ਕਰਨਾ।
ਪਰ ਇਹਨਾਂ ਸਭ ਕਾਰਨਾਂ ਦੇ ਕਰਕੇ ਮਤਲਬ ਇੰਨੀ ਉਹਨਾਂ ਦੇ ਕੋਲ ਮਿਲਟਰੀ ਸੀ, ਠੀਕ ਹੈ, ਲੋਕ ਸੀਗੇ, ਹੁਣ ਉਹਨਾਂ ਦੇ ਵਿੱਚ ਇੱਕ ਸਪਿਰਿਟ ਵੀ ਸੀ, ਮਤਲਬ ਇੱਕ ਨਿਊ ਸਪਿਰਿਟ, ਇੱਕ ਜੋਸ਼ ਵੀ ਸੀਗਾ ਕਿ ਨਹੀਂ ਅਸੀਂ ਤਾਂ ਜਿੱਤਣਾ ਹੈ। ਇੰਨਾ ਸਾਰੇ ਹੁੰਦੇ ਹੋਏ ਵੀ ਇਹ ਅਸਫਲ ਕਿੱਦਾਂ ਰਹਿ ਗਿਆ? ਕੀ ਰੀਜ਼ਨ ਰਿਹਾ? ਰੀਜ਼ਨ ਸਭ ਤੋਂ ਪਹਿਲਾਂ ਇਹ ਰਿਹਾ ਸੀਗਾ, ਕਹਿੰਦੇ ਦਾ ਰਿਵੋਲਟ ਬ੍ਰੋਕ ਆਊਟ ਬਿਫੋਰ ਟਾਈਮ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ। ਦੇਖੋ 31 ਮਈ ਫਿਕਸਡ ਕੀਤਾ ਸੀਗਾ ਕਿ ਇਦਾਂ ਆਪਾਂ ਰਿਵੋਲਟ ਕਰਾਂਗੇ, ਠੀਕ ਹੈ, ਪਰ ਕਹਿੰਦੇ 29 ਮਾਰਚ ਬੇਕਰਪੁਰ, ਮੇਰਠ ਦੇ ਵਿੱਚ 10 ਮਈ ਸ਼ੁਰੂ ਕਰਤਾ। ਹੁਣ ਦੇਖੋ ਜਿੱਦਣ ਰੱਖਿਆ ਗਿਆ ਉਦਣ ਨਹੀਂ ਸ਼ੁਰੂ ਕਰ ਰਹੇ, ਉਸ ਤੋਂ ਪਹਿਲਾਂ ਹੀ ਸਟਾਰਟ ਕਰੀ ਜਾ ਰਹੇ ਆ, ਤਾਂ ਕੋਈ ਤਿਆਰੀ ਨਹੀਂ ਸੀ, ਠੀਕ ਹੈ। ਦੂਜਾ ਕਹਿੰਦੇ ਰੀਜ਼ਨ ਦਾ ਕਾਰਨ ਇਹ ਸੀਗਾ ਕਿ ਕੁਝ ਨੇਤਾ ਇਦਾਂ ਦੇ ਸੀ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਉਹਨਾਂ ਨੇ ਕਰਨਾ ਕੀ ਆ, ਠੀਕ। ਹੁਣ ਦੇਖੋ ਅਸੀਂ ਕੰਮ ਵੀ ਕਰ ਰਹੇ ਹਾਂ ਪਰ ਸਾਨੂੰ ਪਤਾ ਵੀ ਨਹੀਂ ਹੈ ਕੀ ਕਰਨਾ, ਤੇ ਉਹ ਸਕਸੈਸਫੁਲ ਥੋੜੀ ਨਾ ਹੋਏਗਾ, ਅਨਸਕਸੈਸ ਹੀ ਹੋਏਗਾ ਨਾ। ਸੋ ਦੈਟਸ ਦ ਰੀਜ਼ਨ। ਨੈਕਸਟ ਹੈ ਜੀ, ਦ ਰਿਵੋਲਟ could not spread all over India, ਰਿਵੋਲਟ ਨਹੀਂ ਫੈਲ ਸਕਿਆ। ਕਹਿੰਦੇ ਪੰਜਾਬ, ਰਾਜਸਥਾਨ, ਬਿਹਾਰ, ਬੜੌਂਦਰਾ, ਬੰਗਾਲ, ਦੱਖਣੀ ਰਾਜਾਂ ਦੇ ਵਿੱਚ ਤੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਰਿਵੋਲਟ ਹੋ ਰਿਹਾ, ਲੋਕਾਂ ਨੇ ਪਾਰਟਿਸਿਪੇਟ ਹੀ ਨਹੀਂ ਕੀਤਾ। ਹੁਣ ਦੇਖੋ ਆਜ਼ਾਦੀ ਸਭ ਨੂੰ ਚਾਹੀਦੀ ਹੈ, ਪਾਰਟਿਸਿਪੇਟ ਕੋਈ ਨਹੀਂ ਕਰ ਰਿਹਾ, ਤਾਂ ਕਿੱਥੋਂ ਆਜ਼ਾਦੀ ਮਿਲ ਜਾਏਗੀ? ਲੈਕ ਆਫ ਦਾ ਕਾਮਨ ਏਮ, ਕਹਿੰਦੇ ਸਾਂਝੇ ਉਦੇਸ਼ ਤਾਂ ਹੈ ਹੀ ਨਹੀਂ ਸੀ, ਸਾਰੇ ਬਸ ਆਪਣੇ ਆਪਣੇ ਸਵਾਰਥ ਦੇ ਲਈ ਲੜ ਰਹੇ ਸੀ। ਮੁਸਲਮਾਨ ਚਾਹੁੰਦੇ ਸੀ ਅਸੀਂ ਆਪਣੀ ਕਿੰਗਡਮ ਸਥਾਪਿਤ ਕਰ ਲਈਏ, ਉਸ ਤੋਂ ਬਾਅਦ ਆਪਣੇ ਆਪ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸੀਗੇ, ਤੇ ਜਿਹਦੇ ਕਰਕੇ ਕਹਿੰਦੇ ਕਿ ਮਤਲਬ ਪੇਸ਼ਵਾ ਜਿਹੜਾ ਸੀਗਾ, ਨਾਨਾ ਸਾਹਿਬ ਜਿਹੜਾ ਸੀ, ਉਹ ਕਹਿੰਦਾ ਸੀ ਮੈਨੂੰ ਪੈਨਸ਼ਨ ਮਿਲ ਜਵੇ, ਰਾਣੀ ਝਾਂਸੀ ਦੀ ਰਾਣੀ ਲక్ష్ਮੀ ਬਾਈ ਕਹਿੰਦੀ ਸੀ ਮੈਨੂੰ ਰਾਜ ਮਿਲ ਜਵੇ। ਮਤਲਬ ਸਾਰੇ ਲੋਕ ਆਪਣੇ ਆਪਣੇ ਤਰੀਕੇ ਦੇ ਮਤਲਬ ਆਪਣੇ ਆਪਣੇ ਲਈ ਖੜੇ ਸੀਗੇ, ਕੋਈ ਸਾਂਝੇ ਇੱਕ ਕਾਮਨ ਏਮ ਲਈ ਤਾਂ ਖੜਾ ਹੀ ਨਹੀਂ ਸੀ। ਕਹਿੰਦੇ ਲੈਕ ਆਫ ਦਾ ਰਿਸੋਰਸ, ਸਾਧਨਾਂ ਦੀ ਕਮੀ ਸੀ, ਕਹਿੰਦੇ ਉਹਨਾਂ ਦੇ ਕੋਲ ਸਾਧਨ ਨਹੀਂ ਸੀ, ਸਿਰਫ ਉਹਨਾਂ ਦੇ ਕੋਲ ਸਵਰਡ ਸੀ। ਸਵਰਡ ਸਮਝਦੇ ਹੋ? ਤਲਵਾਰਾਂ, ਠੀਕ ਹੈ। ਸੋ ਸਿਰਫ ਉਹਨਾਂ ਦੇ ਕੋਲ ਤਲਵਾਰਾਂ ਸੀ, ਕਹਿੰਦੇ ਲੋੜ ਪੈਣ ਤੇ ਉਹ ਇੰਗਲੈਂਡ ਤੋਂ ਵੀ ਮਦਦ ਪ੍ਰਾਪਤ ਕਰ ਸਕਦੇ ਸੀਗੇ। ਕੌਣ? ਅੰਗਰੇਜ਼, ਭਾਰਤੀਆਂ ਦੀ ਗੱਲ ਨਹੀਂ ਕਰਦੀ। ਸੋ ਉਹਨਾਂ ਦੇ ਕੋਲ, ਭਾਰਤੀਆਂ ਕੋਲ ਜਸਟ ਤਲਵਾਰਾਂ, ਅੰਗਰੇਜ਼ਾਂ ਦੇ ਕੋਲ ਆਪਣੇ ਹਥਿਆਰ, ਉਸ ਤੋਂ ਬਾਅਦ ਅੰਗਰੇਜ਼ ਹੋਰ ਵੀ ਇੰਗਲੈਂਡ ਦੇ ਕੋਲ ਮਟੀਰੀਅਲ ਲੈ ਸਕਦੇ ਸੀ। ਹੁਣ ਬੈਨੀਫਿਟ ਕਿਹਦਾ ਹੋਏਗਾ? ਆਫ ਕੋਰਸ ਅੰਗਰੇਜ਼ਾਂ ਦਾ। ਕਹਿੰਦੇ ਲੈਕ ਆਫ ਡਿਸਿਪਲਿਨ, ਕਹਿੰਦੇ ਉਹਨਾਂ ਵਿੱਚ ਡਿਸਿਪਲਿਨ ਦੀ ਘਾਟ ਸੀ, ਉਹ ਕਿਤੇ ਵੀ ਜਾਂਦੇ ਸੀ ਲੁੱਟਮਾਰ ਕਰ ਲੈਂਦੇ ਸੀ। ਪਲਾਉਂਡਰ ਸਮਝਦੇ ਹੋ? ਲੁੱਟਮਾਰ ਕਰਨਾ। ਤੇ ਉਸ ਤੋਂ ਬਾਅਦ ਹੈਗਾ ਦ ਹੈਲਪ ਆਫ ਇੰਡੀਅਨ ਰੂਲਰ ਟੂ ਦ ਬ੍ਰਿਟਿਸ਼, ਕਹਿੰਦੇ ਕਿ ਜਿਹੜੇ ਇੰਡੀਅਨ ਰੂਲਰ ਸੀ ਉਹਨਾਂ ਨੂੰ ਚਾਹੀਦਾ ਸੀ ਐਟਲੀਸਟ ਉਹ ਤਾਂ ਭਾਰਤੀਆਂ ਦਾ ਸਾਥ ਦੇ ਦੇਣ। ਜਿਹੜੇ ਭਾਰਤ ਦੇ ਰਾਜੇ ਮਹਾਰਾਜੇ ਸੀ ਉਹਨਾਂ ਨੇ ਵੀ ਚੱਕ ਕੇ ਅੰਗਰੇਜ਼ਾਂ ਦਾ ਸਾਥ ਦੇ ਦਿੱਤਾ। ਉਸ ਤੋਂ ਬਾਅਦ ਲੈਕ ਆਫ ਮੀਨ ਆਫ ਟਰਾਂਸਪੋਰਟ ਐਂਡ ਦਾ ਕਮਿਊਨੀਕੇਸ਼ਨਸ, ਕਹਿੰਦੇ ਕਿ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦੀ ਕਮੀ। ਹੁਣ ਨਾ ਤਾਂ ਉਹਨਾਂ ਦੇ ਕੋਲ ਕਿਸੇ ਜਗ੍ਹਾ ਦੀ ਅੱਛੇ ਤਰੀਕੇ ਦੀ ਟਰਾਂਸਪੋਰਟ ਸੀ, ਨਾ ਅੱਛੇ ਤਰੀਕੇ ਦਾ ਕੋਈ ਕਮਿਊਨੀਕੇਸ਼ਨ ਸਾਧਨ ਸੀ, ਜਿਹਦੇ ਕਰਕੇ ਕਹਿੰਦੇ ਕਿ ਮਤਲਬ ਅੰਗਰੇਜ਼ ਜਿੱਥੇ ਵੀ ਜਾਂਦੇ ਸੀ ਨਾ, ਕਹਿੰਦੇ ਸੈਨਿਕ ਸਥਿਤੀ ਉੱਥੇ ਕਮਜ਼ੋਰ ਸੀ, ਕਹਿੰਦੇ ਉੱਥੇ ਉਹਨਾਂ ਨੇ ਤੁਰੰਤ ਰੇਲਾਂ ਦੇ ਰਾਹੀਂ ਮਤਲਬ ਆਪਣੀ ਸੈਨਾ ਨੂੰ ਭੇਜ ਦਿੱਤਾ। ਮਤਲਬ ਉਹ ਲੜ ਰਹੇ ਸੀ, ਉਹਨਾਂ ਨੂੰ ਲੱਗਿਆ ਨਹੀਂ ਵੀ ਆਰਮੀ ਹੈ ਨਹੀਂ, ਉਹਨਾਂ ਨੇ ਰੇਲਾਂ ਦੇ ਥਰੂ ਫਟਾਫਟ ਆਪਣੀ ਆਰਮੀ ਭੇਜਤੀ। ਭਾਰਤੀਆਂ ਕੋਲ ਏਦਾਂ ਦੀ ਚੀਜ਼ ਕੀ ਸੀ? ਕੋਈ ਵੀ ਨਹੀਂ। ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈਗਾ ਵਾ, ਕਹਿੰਦੇ ਕਿ 1857 ਦੇ ਕੌਨਸੀਕੁਐਂਸਿਸ, ਮਤਲਬ ਕੌਨਸੀਕੁਐਂਸਿਸ ਦਾ ਮਤਲਬ ਹੈ ਸਿੱਟੇ। ਸਿੱਟੇ ਕੀ ਨਿਕਲੇ? ਸਭ ਤੋਂ ਪਹਿਲਾਂ ਤਾਂ ਆਪਣਾ ਆਏਗਾ ਪੋਲੀਟੀਕਲ ਕੌਨਸੀਕੁਐਂਸਿਸ, ਰਾਜਨੀਤਿਕ ਸਿੱਟੇ ਕੀ ਨਿਕਲੇ। ਚਲੋ ਪਹਿਲਾਂ ਸਿੱਟਿਆਂ ਦੇ ਵਿੱਚ ਥੋੜੀ ਇੰਟਰੋਡਕਸ਼ਨ ਦੇਣੀ ਹੈ ਨਾ। ਕਹਿੰਦੇ 1857 ਦਾ ਵਿਦਰੋਹ ਹੋਇਆ, ਨੋ ਡਾਊਟ, ਪਰ ਕੋਈ ਸਫਲਤਾ ਨਹੀਂ ਮਿਲੀ। ਪਰ ਅਸੀਂ ਵੀ ਨਹੀਂ ਕਹਿ ਸਕਦੇ ਕਿ 1857 ਦਾ ਵਿਦਰੋਹ ਇੱਕ ਫਾਲਤੂ ਸੀਗਾ, ਮਤਲਬ ਕੁਝ ਨਿਕਲਿਆ ਹੀ ਨਹੀਂ, ਕੋਈ ਰਿਜ਼ਲਟ ਹੀ ਨਹੀਂ ਨਿਕਲਿਆ। ਰਿਜ਼ਲਟ ਨਿਕਲਿਆ। ਰਿਜ਼ਲਟ ਕੀ ਨਿਕਲਿਆ? ਪਹਿਲਾਂ ਤਾਂ ਇਹ ਰਿਜ਼ਲਟ ਨਿਕਲਿਆ ਕਿ ਐਂਡ ਆਫ ਦਾ ਈਸਟ ਇੰਡੀਆ ਕੰਪਨੀ ਰੂਲ, ਈਸਟ ਇੰਡੀਆ ਕੰਪਨੀ ਖਤਮ। ਹੁਣ ਈਸਟ ਇੰਡੀਆ ਦੁਬਾਰਾ ਬਣ ਸਕਦੀ ਸੀ, ਮਤਲਬ ਪਹਿਲੀ ਵਾਰ ਤੋਂ ਈਸਟ ਇੰਡੀਆ ਕੰਪਨੀ ਖਤਮ ਕਰ ਦਿੱਤੀ ਸੀ, ਠੀਕ ਹੈ।
ਕਹਿੰਦੇ ਈਸਟ ਇੰਡੀਆ ਕੰਪਨੀ ਕਹਿੰਦੇ ਕਿ ਨਵੰਬਰ 1858 ਦੇ ਵਿੱਚ ਮਹਾਰਾਣੀ ਵਿਕਟੋਰੀਆ ਜਿਹੜੀ ਸੀ ਉਹਨੇ ਘੋਸ਼ਣਾ ਕੀਤੀ, ਐਲਾਨ ਕੀਤਾ ਕਿ ਈਸਟ ਇੰਡੀਆ ਕੰਪਨੀ ਖਤਮ ਹੈ। ਠੀਕ ਹੈ, ਭਾਰਤ ਦਾ ਜਿਹੜਾ ਸ਼ਾਸਨ ਹੈਗਾ ਹੁਣ ਸਿੱਧਾ ਚੱਲੇਗਾ। ਗੱਲ ਤਾਂ ਉੱਥੇ ਹੀ ਆ ਗਈ, ਚਲਾਉਣਾ ਤਾਂ ਫਿਰ ਵੀ ਅੰਗਰੇਜ਼ਾਂ ਨੇ ਹੀ ਆ। ਹੁਣ ਬਸ ਈਸਟ ਇੰਡੀਆ ਕੰਪਨੀ ਜਿਹੜੀ ਉਹ ਖਤਮ ਹੋ ਗਈ ਸੀ। ਕਹਿੰਦੇ ਚੇਂਜ ਇਨ ਦਾ ਡੈਜ਼ਿਗਨੇਸ਼ਨਸ ਆਫ ਗਵਰਨਰ ਜਨਰਲ, ਕਹਿੰਦੇ ਗਵਰਨਰ ਜਨਰਲ ਜਿਹੜਾ ਪਰਸਨ ਸੀ ਉਹਦੀ ਡੈਜ਼ਿਗਨੇਸ਼ਨ ਚੇਂਜ ਕਰਤੀ ਸੀ, ਹੁਣ ਉਸਨੂੰ ਵਾਇਸਰਾਏ ਦੀ ਪੋਜੀਸ਼ਨ ਦੇਤੀ ਸੀ। ਚੇਂਜ ਇਨ ਦਾ ਪਾਲਿਸੀ ਟੁਵਰਡ ਦਾ ਇੰਡੀਅਨ ਰੂਲਰ, ਕਹਿੰਦੇ ਕਿ ਇੰਡੀਅਨ ਰੂਲਰ ਦੇ ਪ੍ਰਤੀ ਯਾਨੀ ਕਿ ਭਾਰਤੀ ਰਾਜਿਆਂ ਦੇ ਪ੍ਰਤੀ ਵੀ ਨਵੀਂ ਤਰ੍ਹਾਂ ਦੀ ਪਾਲਿਸੀ ਅਪਣਾਈ ਸੀ। ਅੱਛਾ, ਭਾਰਤੀ ਰਾਜਿਆਂ ਦੇ ਲਈ ਕਿਹੜੀ ਨਵੀਂ ਪਾਲਿਸੀ ਅਪਣਾਤੀ ਉਹਨਾਂ ਨੇ? ਕਹਿੰਦੇ ਕਿ ਹੁਣ ਉਹਨਾਂ ਨੇ ਕਹਿਤਾ, ਮਤਲਬ ਬੜੇ ਅੱਛੇ ਤਰੀਕੇ ਨਾਲ ਮਹਾਰਾਣੀ ਵਿਕਟੋਰੀਆ ਨੇ ਨਾ ਬੜੇ ਅੱਛੇ ਤਰੀਕੇ ਨਾਲ ਯਕੀਨ ਦਿਵਾਇਆ ਵੀ ਹੁਣ ਅਸੀਂ ਤੁਹਾਡੇ ਆ ਜਿਹੜੇ ਰਾਜ ਹੈਗੇ ਆ ਤੁਹਾਡੇ ਕੋਲ ਨਹੀਂ ਖੋਵਾਂਗੇ, ਤੁਸੀਂ ਸਾਰੇ ਆਪਣੇ ਆਪਣੇ ਰਾਜ ਦੇ ਆਪ ਮਾਲਿਕ ਹੋਵੋਗੇ। ਮਤਲਬ ਬੜੀਆਂ ਅੱਛੀਆਂ ਅੱਛੀਆਂ ਚੀਜ਼ਾਂ ਭਾਰਤੀਆਂ ਨੂੰ ਕਹੀਆਂ। ਠੀਕ ਹੈ, ਅਸੀਂ ਕੋਈ ਤੁਹਾਡੇ ਵਿੱਚ ਇੰਟਰਫੇਰੈਂਸ ਨਹੀਂ ਕਰਾਂਗੇ, ਤੁਸੀਂ ਆਪਣਾ ਕੰਮ ਜਿਹੜਾ ਹੈਗਾ ਅੱਛੇ ਤਰੀਕੇ ਨਾਲ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਡਾ ਹੈਗਾ ਐਂਡ ਆਫ ਮੁਗਲ ਐਂਡ ਪੇਸ਼ਵਾ, ਠੀਕ ਹੈ, ਡਾਇਨੈਸਟੀ, ਮੁਗਲ ਅਤੇ ਪੇਸ਼ਵਾ ਖਾਨਦਾਨ ਦਾ ਅੰਤ। ਕਹਿੰਦੇ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ ਕਹਿੰਦੇ ਕਿ 1857 ਦੇ ਵਿਦਰੋਹ ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ, ਇੱਕ ਸੈਕਿੰਡ ਲਈ, थोड़ी कनेक्शन प्रॉब्लम आ रही है, एक सेकंड के लिए रुकना सब। सॉरी, थोड़ी जी वेट। ਅਸੀਂ ਸਮਾਜਿਕ ਤੇ ਧਾਰਮਿਕ ਸਿੱਟੇ ਕਰਨੇ ਹੈਗੇ ਆ, ਬਟ ਥੋੜਾ ਜਿਹਾ ਵੇਟ ਕਰਨਾ ਪੈਣਾ ਤੁਹਾਨੂੰ, ਥੋੜੀ ਇੰਟਰਨੈਟ ਕਨੈਕਸ਼ਨ ਪ੍ਰੋਬਲਮ ਜਿਹੜੀ ਹੈਗੀ ਉਹ ਚੱਲ ਰਹੀ ਸਾਡੀ। ਅੱਜ ਦੇ ਲਈ ਇੰਨਾ ਹੀ ਕਾਫੀ ਹੈ, ਅਸੀਂ ਆਪਣਾ ਚੈਪਟਰ ਇੱਥੇ ਕਲੋਜ਼ ਕਰਦੇ ਹਾਂ।